ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਨੈਬ ਤਹਿਸੀਲਦਾਰ ਦੀ ਸੀਰੀਜ਼ ਸਟਾਰਟ ਕੀਤੀ ਹੈ। ਅਸੀਂ ਕਰੰਟ ਅਫੇਅਰ ਦਾ ਕੱਲ੍ਹ ਹੀ ਸੈਸ਼ਨ ਲੈ ਕੇ ਹਟੇ ਹਾਂ, ਜਨਵਰੀ ਦਾ ਪਾਰਟ 1। ਔਰ ਐਵੇਂ ਹੀ ਅਸੀਂ 22 ਮਈ ਨੂੰ ਸਾਡਾ ਐਗਜ਼ਾਮ ਹੈ। ਲਗਭਗ ਅਸੀਂ 10 ਦਿਨਾਂ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਕਰੰਟ ਅਫੇਅਰ ਰਿਵਾਈਜ਼ ਕਰ ਲਵਾਂਗੇ। ਪਾਰਟ 1 ਤੁਸੀਂ ਅਗਰ ਦੇਖਣਾ ਚਾਹੋਗੇ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਹੋਏਗਾ, ਤੁਸੀਂ ਦੇਖ ਲੈਣਾ। ਅੱਜ ਅਸੀਂ ਪਾਰਟ 2 ਜਿੰਨੀਆਂ ਸਾਡੀਆਂ ਨਿਊਜ਼ ਜਨਵਰੀ ਮਹੀਨੇ ਦੀਆਂ ਰਹਿ ਗਈਆਂ ਨੇ ਅਸੀਂ ਉਹਨਾਂ ਦੇ ਬਾਰੇ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲੀ ਨਿਊਜ਼ ਹੈਗੀ ਹੈ ਕਿ ਅਸੀਂ ਇੰਪੋਰਟੈਂਟ ਨਿਊਜ਼ ਜਿਹੜੀਆਂ ਇੰਡੀਆ ਦੇ ਰਿਗਾਰਡਿੰਗ ਨੇ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲੀ ਨਿਊਜ਼ ਹੈਗੀ ਹੈ ਸਾਡੀ ਇੰਡੀਆਜ਼ ਫਸਟ ਸਟੇਟ ਆਫ ਆਰਟ ਵਾਟਰ ਟੈਕਸੀ ਸਰਵਿਸ ਵਿਲ ਕਮਿਸ਼ਨ ਇਨ ਵਿਚ ਸਿਟੀ ਆਫ ਇੰਡੀਆ। ਕਹਿੰਦੇ ਨੇ ਕਿ ਇੰਡੀਆ ਦੀ ਸਭ ਤੋਂ ਪਹਿਲੀ ਵਾਟਰ ਟੈਕਸੀ ਸਰਵਿਸ ਲਾਂਚ ਹੋਣੀ ਜਾ ਰਹੀ ਹੈ। ਔਰ ਇਹ ਕਿੱਥੇ ਹੋਈ ਹੈ, ਇੰਡੀਆ ਦੀ ਕਿਹੜੀ ਸਿਟੀ ਦੇ ਵਿੱਚ ਲਾਂਚ ਕੀਤੀ ਗਈ ਹੈ, ਦੈਟ ਇਜ਼ ਇਨ ਮੁੰਬਈ। ਔਰ ਕਿਹਦੇ ਦੁਆਰਾ ਕੀਤੀ ਗਈ ਹੈ, PM ਨਰਿੰਦਰ ਮੋਦੀ ਜੀ ਦੁਆਰਾ ਜਨਵਰੀ ਮਹੀਨੇ ਦੇ ਵਿੱਚ ਕੀਤੀ ਗਈ ਹੈ। ਸੈਕਿੰਡ ਨਿਊਜ਼, ਮਿਨਿਸਟਰੀ ਆਫ ਸਟੇਟ ਫॉर ਹੈਲਥ ਐਂਡ ਫੈਮਿਲੀ ਵੈਲਫੇਅਰ। ਔਰ ਅਗਰ ਹੈਲਥ ਤੇ ਫੈਮਿਲੀ ਵੈਲਫੇਅਰ ਦੀ ਗੱਲ ਆ ਗਈ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਸਾਡੀ ਸਿਹਤ ਦੇ ਨਾਲ ਗੱਲ ਕਰ ਰਿਹਾ ਉਸ ਮਿਨਿਸਟਰੀ ਦੇ ਅੰਡਰ ਇੱਕ ਇਹ ਨਿਊਜ਼ ਹੈਗੀ ਹੈ ਜਿਹਦੇ ਵਿੱਚ ਕਿਹਾ ਹੈਗਾ ਭਾਰਤੀ ਪਾਵਰ ਹੈਜ਼ ਇਨੈਗੂਰੇਟਡ ਸੈਂਟਰਲ ਗਵਰਨਮੈਂਟ ਹੈਲਥ ਸਕੀਮ CGHS। ਅਗਰ ਤੁਹਾਨੂੰ ਕੋਈ ਫੁੱਲ ਫਾਰਮ ਪੁੱਛ ਲੇ CGHS ਦੀ ਕੀ ਫੁੱਲ ਫਾਰਮ ਹੁੰਦੀ ਹੈ, ਤੁਸੀਂ ਕੀ ਕਹਿਣਾ ਹੈ, ਸੈਂਟਰਲ ਗਵਰਨਮੈਂਟ ਹੈਲਥ ਸਕੀਮ। ਸੈਂਟਰ ਕਿੱਥੇ ਲਾਂਚ ਕੀਤਾ ਗਿਆ ਹੈ, ਨਾਸ਼ਿਕ, ਜਿੱਥੇ ਮਹਾਰਾਸ਼ਟਰ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਹੈ ਜਿਸ ਦਾ ਨਾਮ ਹੈ ਨਾਸ਼ਿਕ, ਉੱਥੇ ਅਸੀਂ ਇਹਨੂੰ ਲਾਂਚ ਕੀਤਾ ਗਿਆ ਹੈ। ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ, ਕਿਸ ਮਿਨਿਸਟਰੀ ਦੀ ਗੱਲ ਅੰਡਰ ਆਉਂਦਾ ਹੈ ਸਭ ਕੁਛ, ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ। ਔਰ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਭਾਰਤੀ ਪਾਵਰ ਨੇ ਕੀ ਕੀਤਾ ਹੈ, ਸੈਂਟਰਲ ਗਵਰਨਮੈਂਟ ਹੈਲਥ ਸਕੀਮ ਅਸੀਂ ਇਹਦੇ ਵਿੱਚ ਲਾਂਚ ਕੀਤੀ ਹੈ। ਕਿੱਥੇ ਕੀਤੀ ਗਈ, ਨਾਸ਼ਿਕ ਮਹਾਰਾਸ਼ਟਰ ਦੇ ਵਿੱਚ। ਇਸ ਤੋਂ ਪਹਿਲਾਂ ਹੋਰ ਕਿਹੜੀਆਂ ਸਿਟੀਆਂ ਨੇ ਇੰਡੀਆ ਦੇ ਵਿੱਚ ਜਿੱਥੇ ਅਸੀਂ ਇਹ ਸਕੀਮ ਲਾਂਚ ਹੋਈ ਹੈ, ਮੁੰਬਈ ਵਿੱਚ ਹੋ ਚੁੱਕੀ ਹੈ, ਪੂਨੇ ਵਿੱਚ, ਨਾਗਪੁਰ ਦੇ ਵਿੱਚ ਇਹ ਸੈਂਟਰ ਪਹਿਲਾਂ ਤੋਂ ਲਾਂਚ ਕੀਤੇ ਗਏ ਨੇ। ਹੁਣ ਗੱਲ ਆਉਂਦੀ ਹੈ ਕਿ ਇਸ ਸੈਂਟਰ ਵਿੱਚ ਐਸੀ ਕਿਹੜੀ ਖਾਸ ਗੱਲ ਹੈ ਕਿ ਇਸ ਨੂੰ ਨਿਊਜ਼ ਵਿੱਚ ਕਵਰ ਕੀਤਾ ਗਿਆ। ਇਹਦੇ ਵਿੱਚ ਹੈ ਕਿ ਇਟ ਵਿਲ ਪ੍ਰੋਵਾਈਡ OPD ਟ੍ਰੀਟਮੈਂਟ ਇੰਕਲੂਡਿੰਗ ਇਸ਼ੂ ਮੈਡੀਸਨਸ ਇੰਡੋਰ ਟ੍ਰੀਟਮੈਂਟਸ ਐਟ ਗਵਰਨਮੈਂਟ ਐਂਡ ਇੰਪੈਲੈਂਟ ਹਸਪੀਟਲਸ। ਕਹਿੰਦੇ ਨੇ ਇਹਦੇ ਵਿੱਚ ਅਸੀਂ ਮੈਡੀਸਨਸ ਵੀ ਦਿੱਤੀਆਂ ਜਾਣਗੀਆਂ ਤੇ ਟ੍ਰੀਟਮੈਂਟ ਕੀਤਾ ਜਾਏਗਾ ਹਸਪੀਟਲਸ ਦੇ ਵਿੱਚ। ਐਂਡ ਇਹਦੇ ਵਿੱਚ ਕੀ ਹੋਏਗਾ, ਸਭ ਕੁਝ ਫ੍ਰੀ ਆਫ ਕਾਸਟ ਹੋਏਗਾ, ਕੈਸ਼ਲੈਸ ਫੈਸਿਲਿਟੀ ਹੋਏਗੀ ਅਵੇਲੇਬਲ ਫॉर ਟ੍ਰੀਟਮੈਂਟ ਇਨ ਇੰਪੈਲੈਂਟ ਸੈਂਟਰਸ ਫॉर ਪੈਨਸ਼ਨਰਸ ਐਂਡ ਅਦਰ ਆਇਡੈਂਟੀਫਾਈਡ ਬੈਨੀਫਿਸ਼ੀਅਰਸ। ਜਿਹੜੇ ਕਿ ਪੈਨਸ਼ਨਰਸ ਨੇ, ਕੁਛ ਇਹਨਾਂ ਨੇ ਸ਼ਰਤਾਂ ਹੋਣਗੀਆਂ ਇਹਨਾਂ ਦੀਆਂ ਕਿ ਉਹਨਾਂ ਦੇ ਰਿਗਾਰਡਿੰਗ ਇਹ ਬੈਨੀਫਿਟਸ, ਕੁਛ ਖਾਸ ਬੈਨੀਫਿਟ ਹਨ ਇਹਨਾਂ ਵਿੱਚ ਕਵਰ ਕੀਤੇ ਗਏ ਨੇ। ਅਗਰ ਸਾਡੀ ਅਗਲੀ ਥਰਡ ਨਿਊਜ਼ ਆ ਗਈ ਹੈ, ਦੀ ਫਾਊਂਡੇਸ਼ਨ ਸਟੋਰ ਫॉर ਦੀ ਹੈਲਥਫੁਲਨੈਸ ਇੰਟਰਨੈਸ਼ਨਲ ਯੋਗਾ ਅਕੈਡਮੀ। ਕਿਹਦੀ ਫਾਊਂਡੇਸ਼ਨ ਸਟੋਰ ਦੀ ਗੱਲ ਕੀਤੀ ਗਈ ਹੈ, ਇੰਟਰਨੈਸ਼ਨਲ ਯੋਗਾ ਅਕੈਡਮੀ ਦੀ ਗੱਲ ਕੀਤੀ ਗਈ ਹੈ। ਫॉर ਸੈਟਿੰਗ ਨਿਊ ਬੈਂਚਮਾਰਕ ਇਨ ਯੋਗਾ ਟ੍ਰੇਨਿੰਗ ਹੈਜ਼ ਬੀਨ ਲੇਡ ਡਾਊਨ ਇਨ ਵਿਚ ਸਿਟੀ ਬਾਈ ਦੀ ਯੂਨੀਅਨ ਆਯੁਸ਼ ਮਿਨਿਸਟਰ ਸਰਬਨੰਦਾ ਸੋਨੋਵਾਲ। ਇਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਇੰਟਰਨੈਸ਼ਨਲ ਯੋਗਾ ਅਕੈਡਮੀ ਦੇ ਦੁਆਰਾ ਕੀ ਕੀਤਾ ਗਿਆ ਕਿ ਯੋਗਾ ਦੀ ਟ੍ਰੇਨਿੰਗ ਦਿੱਤੀ ਜਾਏਗੀ। ਕਿਹੜੀ ਮਿਨਿਸਟਰੀ ਦੇ ਅੰਦਰ ਆਉਂਦਾ ਹੈ, ਆਯੁਸ਼ ਮਿਨਿਸਟਰੀ ਦੇ ਅੰਦਰ ਆਉਂਦਾ ਹੈ, ਜਿਹਦੇ ਵਿੱਚ ਪ੍ਰੈਜ਼ੈਂਟ ਟਾਈਮ ਤੇ ਕੌਣ ਨੇ ਮਿਨਿਸਟਰ, ਸਰਬੰਦਾ ਸੋਨੋਵਾਲ ਜੀ ਇਸ ਮਿਨਿਸਟਰ ਨੇ। ਤੇ ਇਹ ਕਿੱਥੇ ਲਾਂਚ ਕੀਤੀ ਗਈ ਅਕੈਡਮੀ, ਹੈਦਰਾਬਾਦ ਦੇ ਵਿੱਚ। ਅਗਰ ਮੈਂ ਜਿਵੇਂ ਕਿ ਤੁਹਾਨੂੰ ਕੱਲ ਹੀ ਕਰੰਟ ਅਫੇਅਰ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਨੈਸ਼ਨਲੀ ਤੌਰ ਤੇ ਜਿਹੜਾ ਯੂਥ ਦਿਵਸ ਹੈ ਕਦੋਂ ਮਨਾਇਆ ਜਾਂਦਾ ਹੈ, ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਦੈਟ ਇਜ਼ ਇਨ 12 ਜਨਵਰੀ। ਔਰ ਤੁਸੀਂ ਇਹ ਸਾਰੇ ਜਿਹੜੇ ਡੇ ਨੇ ਉਹਨਾਂ ਨੂੰ ਤੁਸੀਂ ਰਿਵਾਈਜ਼ ਕਰਨਾ ਹੈ ਟਾਈਮ ਟੂ ਟਾਈਮ। ਅਗਰ ਤੁਸੀਂ ਰਫ ਕਾਪੀ 'ਤੇ ਨੋਟ ਕਰ ਸਕਦੇ, ਇੱਕ ਲਿਸਟ ਬਣਾ ਕੇ ਰੱਖ ਲਓ। ਕੱਲ੍ਹ ਦੀ ਮੈਂ ਜਿਹੜੀ ਪਾਰਟ 1 ਰਿਲੀਜ਼ ਕੀਤਾ ਹੈ ਉਹਦੇ ਵਿੱਚ ਸਭ ਕੁਝ ਮੈਂਸ਼ਨ ਕੀਤਾ ਗਿਆ ਹੈ। ਅੱਗੇ ਗੱਲ ਆਉਂਦੀ ਹੈ ਫੋਰਥ ਨਿਊਜ਼ ਦੀ, ਵਿਚ ਮਿਨਿਸਟਰੀ ਇਜ਼ ਆਰਗੇਨਾਈਜ਼ ਕਲਾਈਮੇਟ ਚੇਂਜ ਅਵੇਅਰਨੈਸ ਕੈਂਪੇਨ ਐਂਡ ਨੈਸ਼ਨਲ ਫੋਟੋਗ੍ਰਾਫੀ ਕੰਪੀਟੀਸ਼ਨ। ਕਹਿੰਦੇ ਨੇ ਕਿ ਜਿੱਦਾਂ ਕਿ ਕਲਾਈਮੇਟ ਚੇਂਜ ਹੋ ਰਿਹਾ, ਤੁਸੀਂ ਦੇਖ ਹੀ ਰਿਹਾ ਕਿ ਮਈ ਮਹੀਨੇ ਦੇ ਵਿੱਚ ਇੰਨੀ ਗਰਮੀ ਆ ਗਈ ਹੈ, ਇਹ ਸਭ ਕਿਹਦੇ ਕਾਰਨ ਹੈ, ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਹੋ ਰਹੀ ਹੈ। ਇਹਦੇ ਰਿਗਾਰਡਿੰਗ ਅਵੇਅਰਨੈਸ ਕੈਂਪੇਨ ਕੌਣ ਲਾਂਚ ਕਰਦੀ ਹੈ, ਆਰਗੇਨਾਈਜੇਸ਼ਨ ਤੇ ਕਿਹੜੀ ਮਿਨਿਸਟਰੀ ਦੁਆਰਾ ਲਾਂਚ ਕੀਤਾ ਗਿਆ ਜਾਂਦਾ ਹੈ, ਤੇ ਉਹ ਉਹੀ ਮਿਨਿਸਟਰੀ ਨੈਸ਼ਨਲ ਫੋਟੋਗ੍ਰਾਫੀ ਕੰਪੀਟੀਸ਼ਨ ਵੀ ਰਿਲੀਜ਼ ਕਰਦੀ ਹੈ। ਉਸ ਮਿਨਿਸਟਰੀ ਦਾ ਨਾਮ ਹੈਗਾ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ। ਤੁਸੀਂ ਇਸ ਮਿਨਿਸਟਰੀ ਦਾ ਨਾਮ ਯਾਦ ਰੱਖਣਾ ਹੈ, ਮਿਨਿਸਟਰੀ ਦਾ ਨਾਮ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ। ਇਸ ਮਿਨਿਸਟਰੀ ਅੰਦਰ ਕੀ ਆਉਂਦਾ ਹੈ, ਕਲਾਈਮੇਟ ਚੇਂਜ ਅਵੇਅਰਨੈਸ ਕੈਂਪੇਨ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਨੈਸ਼ਨਲ ਫੋਟੋਗ੍ਰਾਫੀ ਕੰਪੀਟੀਸ਼ਨ ਦੇ ਬਾਰੇ ਦੱਸਿਆ ਜਾਂਦਾ ਹੈ। ਔਰ ਇਹਦੇ ਦੁਆਰਾ ਐਕਸਟਰਾ ਕੀ ਦਿੱਤਾ ਗਿਆ ਹੈ, ਕੈਂਪੇਨ ਵਿਲ ਹੈਵ ਮਿਊਨਿਸਿਪਲ commissioner and key heads of urban local bodies and smart city CEO creating awareness about urban climate change and sustainability।
ਇਹਦੇ ਵਿੱਚ ਇਹੀ ਗੱਲ ਕੀਤੀ ਹੈ, ਅਗਰ ਕਲਾਈਮੇਟ ਅਵੇਅਰਨੈਸ ਦੇ ਬਾਰੇ ਇਹ ਜਾਣਕਾਰੀ ਦੇਣਗੇ ਤੇ ਨਾਲੇ ਅਸੀਂ ਸਸਟੇਨੇਬਲੀ ਤੌਰ ਤੇ ਕਿਵੇਂ ਅਸੀਂ ਆਪਣੇ ਕਲਾਈਮੇਟ ਦੇ ਵਿੱਚ ਡਿਵੈਲਪਮੈਂਟ ਕਰੀਏ ਤੇ ਰਿਸੋਰਸਿਸ ਨੂੰ ਵਿਦਆਊਟ ਹਾਰਮ ਕੀਤੇ ਅਸੀਂ ਆਪਣੇ ਕਲਾਈਮੇਟ ਨੂੰ ਬਚਾਈਏ। ਅਗਲੀ 5ਵੀਂ ਨਿਊਜ਼ ਹੈਗੀ ਆ ਮਹਾਰਾਜਾ ਵੀਰ ਵਿਕਰਮ एयरपोर्ट। केड़ा एयरपोर्ट है? महाराजा वीर विक्रम एयरपोर्ट इज लोकेटेड इन विच सिटी? किहड़ी सिटी दे विच महाराजा वीर विक्रम एयरपोर्ट पाया हैगा है। तो ये होर एक्सट्रा दस्सिया गया है कि मिनिस्टर नरेंद्र मोदी इनएग्रेटेड दी न्यू इंटीग्रेटेड टर्मिनल बिल्डिंग रिसेंटली। इत्थे उन्होंने की किया है कि नरेंद्र मोदी जी ने इंटीग्रेटेड टर्मिनल बिल्डिंग रिसेंटली लॉन्च की हैगी है। इस सिटी का की नाम हैगा, दैट इज़ अगरतला। एक बार फिर तो रिपीट कर देंगे। बेसिकली ये क्वेश्चन सी कि महाराजा वीर विक्रम एयरपोर्ट कित्थे स्थित है? अगरतला दे सिटी दे विच स्थित है। और न्यूज़ विच क्यों आ गया? बिकॉज नरेंद्र मोदी जी ने की किया इत्थे बिल्डिंग नू रिसेंटली लॉन्च किया है, इनैगोरेट किया है। अगे साडी 6th नंबर की न्यूज़ हैगी है उन्नत ज्योति बाय अफोर्डेबल LEDs फॉर ऑल उजाला इज फ्लैगशिप स्कीम। मतलब कि उजाला स्कीम हैगी जिहदे विच कि LED प्रोवाइड कीतियां जाणगियां। किस मिनिस्ट्री के अंडर आंदा है जिसने की किया रिसेंटली 7 years ऑफ इट्स इंप्लीमेंटेशन। 7 साल इन्होंने कवर कर लिए हैं। और जे LED जिहड़ियां प्रोवाइड कीतियां गईयां ने ये मिनिस्ट्री ऑफ पावर के अंडर आंदा है। इहदे विच की किया इस मिनिस्ट्री ने? इन्होंने वर्ल्ड लार्जेस्ट जीरो सबसिडी डोमैसटिक लाइटिंग प्रोग्राम विद मोर दैन 36.78 करोड़ LEDs डिस्ट्रीब्यूट की। एक बार फिर तो रिपीट कर देनी है। एक स्कीम है जिहदे विच की LEDs प्रोवाइड की जांदियां ने। स्कीम का नाम है उजाला स्कीम और इहदे विच मिनिस्ट्री ऑफ पावर के अंडर आंदी है। 7 साल पूरे हो गए हैं तो ये उन्होंने की किया है 36.78 करोड़ LEDs डिस्ट्रीब्यूट की अक्रॉस कंट्री। अगली साडी 7वीं न्यूज़ आ जाती है ग्राम उजाला प्रोग्राम इज ए फ्लैगशिप स्कीम ऑफ विच मिनिस्ट्री। ग्राम उजाला जिहड़ा प्रोग्राम है किस मिनिस्ट्री के अंडर आंदा है? दैट इज़ मिनिस्ट्री ऑफ पावर के अंडर ही आंदा है। अगर उजाला LED के बारे किते भी गल की तुसीं पावर दे नाल इहनूं कनैक्ट कर देना है। इट वाज लॉन्च्ड बाय द यूनियन मिनिस्ट्री ऑफ पावर एंड न्यू एंड रिन्यूएबल एनर्जी RK सिंह इन मार्च 2021। और किहदे द्वारा है साडे प्रेजेंट टाइम पे मिनिस्ट्री ऑफ पावर के कौन हैड ने? RK सिंह जी ने इन्हों द्वारा ये मिनिस्ट्री जो स्कीम है लॉन्च की गई है। और 8th नंबर की न्यूज़ है विच मिनिस्ट्री हैज़ रिलीज्ड ड्राफ्ट नैशनल एयर स्पोर्ट्स पॉलिसी। केड़ी पॉलिसी की गल कर रहे हैं असी? NASP मीनस नैशनल एयर स्पोर्ट्स पॉलिसी फॉर पब्लिक फीडबैक। किस द्वारा की गई है? मिनिस्ट्री ऑफ सिविल एविएशन द्वारा। एज पर एन ऑफिशियल रिलीज issued by the ministry, the policy seeks to leverage India's potential for air sports and place a strong focus on ensuring international best practices in safety। इहदे विच सेफ्टी के रिगार्डिंग गल की गई है। और अगे से चलते हैं 9th नंबर की न्यूज़। यूनियन मिनिस्टर डॉक्टर जतेंद्र सिंह लॉन्च द वेब पोर्टल फॉर PM एक्सीलेंस अवार्ड। जतेंद्र सिंह ने की किया है? वेब पोर्टल लॉन्च किया PM एक्सीलेंस अवार्ड के लिए। दैट इज़ बीइंग अवॉर्डेड फॉर विच सैक्टर? और ये किस सैक्टर के लिए अवॉर्डेड है? दैट इज़ पब्लिक एडमिनिस्ट्रेशन के रिगार्डिंग ये गल की गई है। 10th नंबर न्यूज़ है वट इज़ द टैग लाइन ऑफ 25th नैशनल यूथ फेस्टिवल 2020 टू बी हैल्ड इन पुडुचेरी। और जिहड़ा पुडुचेरी दे विच फेस्टिवल मनाया जा रहा है नैशनल यूथ फेस्टिवल के रिगार्डिंग कदों मनाया जाता है? 12 जनवरी ने इसकी शुरुआत होंगी है। उत्थे 12 तो 16 जनवरी तक ये प्रोग्राम जिहड़ा मनाया जा रहा है। और ये थीम की है सक्षम युवा सक्षम और साक्षात युवा। एक बार फिर तो रिपीट कर देनी है जो असी 25th नंबर का नैशनल यूथ डे मना रहे हैं जो फेस्टिवल मनाया जाता है पुडुचेरी दे विच ओहदी थीम की है दैट इज सक्षम युवा साक्षात युवा। और होप्स ये पेपर विच आएगी ही बिकॉज बहुत ही इंपॉर्टेंट लग रही है। अगली 11th नंबर की न्यूज़ हैगी है विच पावर जनरेटिंग कंपनी हैज़ साइन। उस पावर जनरेटिंग कंपनी का तुसीं नाम दसना है जिन्हें रिसेंटली की किया है? साइन किया ए प्रोमोटर्स एग्रीमेंट साइन किया किहदे नाल? ग्रीन एनर्जी डिवेलपमेंट कॉरपोरेशन ऑफ उड़ीसा। ग्रीन एनर्जी डिवेलपमेंट जी उड़ीसा के नाल ये साइन किया गया जिहदे विच की होएगा कि 500 मेगावाट की जी फ्लोटिंग सोलर प्रोजैक्ट ये लॉन्च करेंगे। ये डिवेलपमेंट के रिगार्डिंग उन्होंने गल की है। डिफरेंट वाटर बॉडीज ऑन स्टेट केड़ी हैगी साडी उड़ीसा की स्टेट हैगी ये एक स्कीम लॉन्च की गई है। और किहदे नाल एग्रीमेंट साइन किया गया है? उड़ीसा है एक साइड तो दूसरी साइड पे कौन है? दैट इज़ NHPC मीनस नैशनल हाइड्रो इलैक्ट्रिक पावर कॉरपोरेशन के नाल
ਸਾਈਨ ਕੀਤਾ ਗਿਆ ਹੈ। 12th ਨੰਬਰ ਦੀ ਨਿਊਜ਼ ਹੈ 24th ਕਾਨਫਰੰਸ ਔਨ ਈ ਗਵਰਨੈਂਸ। ਈ ਗਵਰਨੈਂਸ ਦਾ ਮਤਲਬ ਸਮਝਾ ਦਿੰਦੇ ਹਾਂ। ਗਵਰਨੈਂਸ ਦਾ ਮਤਲਬ ਇਹ ਹੈ ਕਿ ਅਸੀਂ ਐਡਮਿਨਿਸਟ੍ਰੇਸ਼ਨ ਕਿਵੇਂ ਚਲਾਉਣਾ ਹੈ, ਉਹਦੇ ਰਿਗਾਰਡਿੰਗ ਹੈ। ਈ ਗਵਰਨੈਂਸ ਮੀਨਸ ਕਿ ਸਭ ਕੁਝ ਔਨਲਾਈਨ ਕਰ ਦਿੱਤਾ ਜਾਏਗਾ, ਪੇਪਰ ਵਰਕ ਘਟਾਇਆ ਜਾਏਗਾ। 24th ਕਾਨਫਰੰਸ ਲਗਾਈ ਗਈ ਹੈ, ਕਿੱਥੇ ਲਗਾਈ ਗਈ ਹੈ, ਕਿਹੜੀ ਸਿਟੀ ਵਿੱਚ, ਦੈਟ ਇਜ਼ ਇਨ ਹੈਦਰਾਬਾਦ ਦੇ ਵਿੱਚ। ਅਗਲੀ 30 ਨੰਬਰ ਨਿਊਜ਼ ਆ ਗਈ ਹੈ ਸਾਡੀ, that is Jal Jeevan Mission. Jal Jeevan Mission aims to ensure tap water supply। मतलब कि ਇਹਦੇ ਜਲ ਜੀਵਨ ਮਿਸ਼ਨ ਨਾਮ ਤੋਂ ਹੀ ਤਾਂ ਸਮਝ ਗਏ ਹੋਣਗੇ ਕਿ ਅਸੀਂ ਹਰ ਘਰ ਦੇ ਵਿੱਚ ਜਲ ਪਹੁੰਚਾਉਣਾ। ਇਸ ਸਕੀਮ ਦਾ ਇੱਕ ਅਲਟਰਨੇਟਿਵ ਨੇਮ ਵੀ ਹੈ, ਦੈਟ ਇਜ਼ ਹਰ ਘਰ ਜਲ ਯੋਜਨਾ। ਔਰ ਅਸੀਂ ਰੂਲਰਸ ਦੇ ਹਾਊਸ ਹੋਲਡ ਤੱਕ ਸਾਰਿਆਂ ਤੱਕ ਪਹੁੰਚਾਵਾਂਗੇ। ਇਹਦਾ ਟਾਰਗੇਟ ਕਿੰਨਾ ਰੱਖਿਆ ਗਿਆ ਹੈ, ਦੈਟ ਇਜ਼ 2024। ਅਗਲੀ 14ਵੀਂ ਨਿਊਜ਼ ਆ ਜਾਂਦੀ ਹੈ ਮੇਰੀ ਸਹੇਲੀ ਇਜ਼ ਏ ਟੀਮ ਆਫ ਵਿਚ ਸਿਕਿਉਰਿਟੀ ਫੋਰਸਿਸ। ਕਿਹੜੀ ਸਿਕਿਉਰਿਟੀ ਫੋਰਸਿਸ ਦੀ ਟੀਮ ਹੈਗੀ ਹੈ ਜਿਹੜੀ ਰਿਸੈਂਟਲੀ ਨਿਊਜ਼ ਵਿੱਚ ਦੇਖੀ ਗਈ ਹੈ? ਇਹਦਾ ਸਹੀ ਆਨਸਰ ਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਵਿੱਚ ਮੇਰੀ ਸਹੇਲੀ ਟੀਮ ਰਿਸੈਂਟਲੀ ਨਿਊਜ਼ ਵਿੱਚ ਦੇਖੀ ਗਈ ਹੈ। 15 ਨੰਬਰ ਦੀ ਸਾਡੀ ਨਿਊਜ਼ ਆ ਜਾਂਦੀ ਹੈ ਵਾਟ ਇਜ਼ ਦੀ ਟੋਟਲ ਆਊਟਲੇ ਆਫ ਸੈਕਿੰਡ ਫੇਜ਼ ਆਫ ਦੀ ਗ੍ਰੀਨ ਐਨਰਜੀ ਕੋਰੀਡੋਰ ਆਫ ਇੰਟਰਸਟੇਟ ਟਰਾਂਸਮਿਸ਼ਨ ਸਿਸਟਮ। ਇਹਦਾ ਮਤਲਬ ਹੈ ਕਿ ਸਾਡਾ ਕਿੰਨਾ ਖਰਚ ਹੋਇਆ ਹੈ ਕਿ ਅਸੀਂ ਗਲੋਬਲ ਐਨਰਜੀ ਕੋਰੀਡੋਰ ਜਿਹੜਾ ਬਣਾ ਰਹੇ ਹਾਂ ਇੰਟਰਸਟੇਟ ਦੇ ਵਿੱਚ, ਅਪਰੂਵਡ ਜਿਹੜਾ ਕੀਤਾ ਸੀ ਯੂਨੀਅਨ ਗਵਰਨਮੈਂਟ ਨੇ 2022 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ। ਇਹਦਾ ਟੋਟਲ ਖਰਚਾ ਕਿੰਨਾ ਹੈ? 12,000 ਕਰੋੜ ਰੁਪਇਆ ਖਰਚਾ ਆਇਆ ਹੈ। ਔਰ 16th ਨੰਬਰ ਨਿਊਜ਼ ਹੈਗੀ ਹੈ ਦੀ ਅਕਸ਼ਯ ਪਤਰਾ ਫਾਊਂਡੇਸ਼ਨ TAPF। The Akshaya Patra Foundation has partnered with which organization to enhance the effectiveness of the ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ। ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਦੇ ਲਈ ਇਹਨੂੰ ਇਫੈਕਟਿਵਨੈਸ ਤੌਰ 'ਤੇ ਇਸ ਜਿਹੜੀ ਸਕੀਮ ਨੂੰ ਨਿਭਾਉਣ ਦੇ ਲਈ ਕਿਹੜੀ ਆਰਗੇਨਾਈਜੇਸ਼ਨ ਨੇ TAPF ਦੇ ਨਾਲ ਸਾਈਨ ਕੀਤਾ ਹੈ? ਉਸ ਆਰਗੇਨਾਈਜੇਸ਼ਨ ਦਾ ਨਾਮ ਹੈ WFP, ਮਤਲਬ ਯੂਨਾਈਟਿਡ ਨੇਸ਼ਨ ਵਰਲਡ ਫੂਡ ਪ੍ਰੋਗਰਾਮ ਦੇ ਨਾਲ ਸਾਈਨ ਕੀਤਾ ਹੈ। 17th ਨੰਬਰ ਦੀ ਨਿਊਜ਼ ਹੈਗੀ ਹੈ ਵਿਚ ਆਈਡੈਂਟੀਟੀ has organized the first ever startup Indian Innovation Week from 10th to 16 जनवरी 2022। ਕਹਿੰਦੇ ਕਿ ਕਿਹੜੀ ਆਈਡੈਂਟੀਟੀ ਹੈ ਜਿਹਨੇ ਕਿ ਪਹਿਲੀ ਵਾਰੀ ਸਟਾਰਟਅਪ ਦੀ ਇੰਡੀਅਨ ਇਨੋਵੇਸ਼ਨ ਵੀਕ ਸੈਲੀਬ੍ਰੇਟ ਕੀਤਾ ਹੈ, ਦੈਟ ਇਜ਼ DPIIT। ਇਹਦਾ ਨਾਮ ਫੁੱਲ ਫਾਰਮ ਹੈਗੀ ਹੈ ਡਿਪਾਰਟਮੈਂਟ ਫॉर ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਦੀ ਵਰਚੁਅਲ ਵੀਕ ਲੌਂਗ ਇਨੋਵੇਸ਼ਨ ਸੈਲੀਬ੍ਰੇਟਸ ਏਮਸ ਟੂ कमेमोरेट दी 75th ईयर्स ऑफ इंडियाज़ इंडिपेंडेंस। आज़ादी के अमृत महोत्सव के रिगार्डिंग ये हैगा कि स्टार्टअप इन्होंने इनोवेशन जी वीक मनाया गया है। इट इज़ डिज़ाइंड क्यों असी डिज़ाइन किया है शोकेस स्प्रेड एंड डेप्थ ऑफ इंटरप्रेन्योरशिप अक्रॉस इंडिया। अगला हैगा दी इंडिया इज़ एमर्जिंग एज ए ग्लोबल इनोवेशन हब। इंडिया जो ग्लोबल इनोवेशन हब की तरह इमर्ज हो रहा है, जोड़ा की कर रहा है बूस्टिंग दी वर्ल्ड 3rd लार्जेस्ट स्टार्टअप इकोसिस्टम। कि इंडिया जोड़ा है तीसरे नंबर पर आ गया है, जोड़ा कि इकोसिस्टम नू बैलेंस रखते हुए ग्लोबली इनोवेशन हब बन गया है। और जोड़ा कि स्टार्टअप लॉन्च कर रहा है, ये रिगार्डिंग ही गल की गई है। 18th नंबर न्यूज़ है डिफेंस मिनिस्टर राजनाथ सिंह फ्लैगड इन इंडिया फर्स्ट मल्टी डायमेंशनल एडवेंचर स्पोर्ट्स। कहते कि साढ़े जो डिफेंस मिनिस्टर ने राजनाथ सिंह दे उन्होंने की किया है फर्स्ट मल्टी डायमेंशनल एडवेंचर स्पोर्ट्स की एक्सपीडिशन कंडक्ट बाय नैशनल इंस्टीट्यूट ऑफ मॉनिटरिंग एंड एलाइड स्पोर्ट्स इन। कित्थे लॉन्च की गई है सारी स्कीम्स? फ्रांस के विच। 19th नंबर विच स्कूल हैज़ ऑर्गेनाइज 82 इंडिया पब्लिक स्कूल कॉन्फ्रेंस प्रिंसीपल्स। कहते कि 82 इंडिया पब्लिक स्कूल कॉन्फ्रेंस के विच केड़ा स्कूल आया है? दैट इज़ डून स्कूल आया है। विच रेलवे स्टेशन हैज़ बीन रीनेम्ड एज एकता नगर रेलवे स्टेशन। एकता नगर रेलवे स्टेशन का नवा नाम की रखा गया है? सॉरी, एकता नगर रेलवे स्टेशन एक नवा नाम हैगा। एक किहड़े नाम ते पहला इहदा पुराना नाम की है? दैट इज़ केवड़िया रेलवे स्टेशन इहदा पुराना नाम हैगा। स्टैचू ऑफ यूनिटी केवड़िया रेलवे स्टेशन फॉल्स अंडर दी वडोदरा डिविजन्स। जिहड़ा वडोदरा डिविजन्स है इहदे अंडर ही एक केवड़िया रेलवे स्टेशन आंदा है। अगली न्यूज़ हैगी है दी खादी एंड विलेज इंडस्ट्रीज कमीशन KVIC वर्क्स अंडर विच मिनिस्ट्री। KVIC किस मिनिस्ट्री के अंडर काम करती है? दैट इज़ मिनिस्ट्री ऑफ MSME। और 22nd नंबर की न्यूज़ हैगी साडी अकॉर्डिंग टू हैनले ग्लोबल मोबिलिटी रिपोर्ट 2022। असी हैनले ग्लोबल मोबिलिटी रिपोर्ट 2022 की गल कर रहे हैं कि इंडिया पासपोर्ट किहड़े रैंक ते आया है? 83 रैंक आया है इंडिया का।
ਪਾਸਪੋਰਟ ਇੰਡੈਕਸ ਦੇ ਵਿੱਚ ਇਹਦੇ ਵਿੱਚ ਦੱਸਿਆ ਕਿ ਹੈਨਲੇ ਗਲੋਬਲ ਮੋਬਿਲਿਟੀ ਰਿਪੋਰਟ 2022 ਦੇ ਅਕੋਰਡਿੰਗ ਇੰਡੀਆ ਦਾ ਪਾਸਪੋਰਟ ਦਾ ਰੈਂਕ ਦੱਸਿਆ ਗਿਆ ਹੈ। ਹਾਊਐਵਰ ਕਹਿੰਦੇ ਕਿ 2022 ਦੇ ਵਿੱਚ ਇਹਦਾ ਰੈਂਕ ਇੰਡੀਆ ਦਾ ਰੈਂਕ ਕਿੰਨਾ ਸੀ 84 ਸੀ ਔਰ ਜਦ ਕਿ 2016 ਦੇ ਵਿੱਚ ਇਹ ਰੈਂਕ 85 ਸੀ ਪਰ ਹੁਣ ਇਸ ਟਾਈਮ ਤੇ 2022 ਦੇ ਵਿੱਚ ਕਿੰਨਾ ਰੈਂਕ ਆਇਆ ਦੈਟ ਇਜ਼ 83rd। ਜਾਪਾਨ ਐਂਡ ਸਿੰਗਾਪੁਰ ਟੋਪ ਦੀ ਇੰਡੈਕਸ। ਜਾਪਾਨ ਤੇ ਸਿੰਗਾਪੁਰ ਪਹਿਲੇ ਨੰਬਰ ਤੇ ਆਉਂਦੇ ਨੇ ਇਸ ਇੰਡੈਕਸ ਦੇ ਅਕੋਰਡਿੰਗ। In January 2022, an MSME Technology Center was inaugurated by PM Narendra Modi in which place? ਕਹਿੰਦੇ ਕਿ MSME Technology Center launch ਕੀਤਾ ਗਿਆ ਹੈ PM ਮੋਦੀ ਜੀ ਦੁਆਰਾ। ਕਿੱਥੇ ਕੀਤਾ ਗਿਆ? ਪੁਡੂਚੇਰੀ ਦੇ ਵਿੱਚ ਕੀਤਾ ਗਿਆ ਹੈ। Who has launched the North East on Wheels expedition in New Delhi to promote the culture of Northeastern states? Northeastern states ਦੇ ਕਲਚਰ ਨੂੰ ਪ੍ਰਮੋਟ ਕਰਨ ਲਈ ਨੌਰਥ ਈਸਟ ਔਨ ਵੀਲਸ ਐਕਸਪੀਡੀਸ਼ਨ ਜਿਹੜੀ ਲਾਂਚ ਕੀਤੀ ਗਈ ਹੈ ਇਹ ਕਿਹਦੇ ਦੁਆਰਾ ਕੀਤੀ ਗਈ ਹੈ ਦੈਟ ਇਜ਼ ਮੀਨਾਕਸ਼ੀ ਲੇਖੀ ਦੁਆਰਾ। ਔਰ ਅੱਗੇ ਨਿਊਜ਼ ਆਉਂਦੀ ਹੈ ਵਿਚ ਇੰਡੀਆ ਸਿਟੀ ਵਿਲ ਗੈਟ ਇੰਡੀਆਜ਼ ਫਸਟ ਹੈਲੀ ਹਬ ਡਿਜ਼ਾਈਨਡ ਟੂ ਹੈਵ ਮੈਨੀ ਐਵੀਏਸ਼ਨ ਫੈਸਿਲਿਟੀਜ਼ ਲਾਈਕ ਹੈਲੀਪੋਰਟ ਹੈਂਗਰਸ ਰਿਪੇਅਰਸ ਐਂਡ ਐਨੀ ਅਦਰ ਰਿਲੇਟਡ ਸਰਵਿਸ। ਔਰ ਹੈਲੀ ਹਬ ਇੰਡੀਆ ਦਾ ਫਸਟ ਕਿਹੜਾ ਹੈਗਾ ਗੁਰੂਗ੍ਰਾਮ ਵਿੱਚ ਰੱਖਿਆ ਗਿਆ ਹੈ। ਦੀ ਹੈਲੀ ਹਬ ਇਜ਼ ਪ੍ਰਪੋਜ਼ ਟੂ ਬਿਲਡ ਇਨ ਗੁਰੂਗ੍ਰਾਮ ਵਿੱਚ ਅਸੀਂ ਬਿਲਡ ਕੀਤਾ ਜਾਏਗਾ। ਵੁੱਡ ਵੀ ਨੀਅਰ ਦੀ ਮੈਟਰੋ ਫੈਕਲਟੀ ਅਲੋਂਗ ਦੀ ਈਜ਼ੀ ਕਨੈਕਟੀਵਿਟੀ ਟੂ ਇੰਡਸਟਰੀਜ਼ ਏਰੀਆ। ਔਰ ਇਹਦੀ ਇੰਡਸਟਰੀਅਲ ਏਰੀਆ ਦੇ ਜਿਵੇਂ ਕਿ ਨੋਇਡਾ ਔਰ ਬਿਵਾੜੀ ਦੇ ਨਾਲ ਇਹਦੀ ਕਨੈਕਟੀਵਿਟੀ ਕੀਤੀ ਜਾਏਗੀ। ਨੈਕਸਟ ਆਉਂਦਾ ਹੈ ਸਾਡੀ 28th ਨੰਬਰ ਨਿਊਜ਼ ਵਿਚ ਇੰਡੀਅਨ ਏਅਰਪੋਰਟ ਹੈਜ਼ ਬੀਨ ਰੈਂਕਡ 8 ਫੋਰ ਔਨ ਟਾਈਮ ਪਰਫੋਰਮੈਂਸ। ਕਹਿੰਦੇ ਕਿ ਔਨ ਟਾਈਮ ਪਰਫੋਰਮੈਂਸ ਵਿੱਚ ਇੰਡੀਆ ਦਾ ਕਿਹੜਾ ਏਅਰਪੋਰਟ ਹੈ ਜਿਹੜਾ 8ਵੇਂ ਨੰਬਰ 'ਤੇ ਆਇਆ ਹੈ among the large international airport globally for 2021 by Circum। और ਇਹਦੇ ਦੁਆਰਾ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਉਸ ਅਸੀਂ ਡਾਇਰੈਕਟਲੀ ਨੇਮ ਦੱਸ ਦਿੰਦੇ ਹਾਂ ਕੀ ਹੈ ਦੈਟ ਇਜ਼ ਚੇਨਈ ਇੰਟਰਨੈਸ਼ਨਲ ਏਅਰਪੋਰਟ ਚੇਨਈ। ਔਰ ਇਸ ਏਅਰਪੋਰਟ ਹੈ ਜਿਹੜਾ ਕਿ 8th ਨੰਬਰ 'ਤੇ ਹੈ ਔਨ ਟਾਈਮ ਪਰਫੋਰਮੈਂਸ ਦੇ ਰਿਗਾਰਡਿੰਗ। ਔਰ ਅੱਗੇ ਸਾਡੀ ਗੱਲ ਆਉਂਦੀ ਹੈ ਸਾਇੰਸ ਐਂਡ ਡਿਫੈਂਸ ਦੇ ਫੀਲਡ ਵਿੱਚ ਕਿਹੜੀਆਂ ਨਿਊਜ਼ ਨੇ ਜੋ ਜਨਵਰੀ ਮੰਥ ਵਿੱਚ ਕਵਰ ਕੀਤੀਆਂ ਗਈਆਂ ਹੈ। ਸਭ ਤੋਂ ਪਹਿਲੀ ਨਿਊਜ਼ ਹੈਗੀ ਹੈ ਵਿਚ ਸ਼ਿਪ ਮੈਨੂਫੈਕਚਰਿੰਗ ਕੰਪਨੀ ਹੈਂਡਡ ਓਵਰ ਦੀ ਫਸਟ ਆਫ ਦੀ 23rd ਬੈਟਰੀ ਪਾਵਰਡ ਇਲੈਕਟ੍ਰਿਕ ਬੋਟਸ being constructed for the water metro project under the Kochi Metro Rail Limited। और KMRL मीनस कोची मैट्रो रेल लिमिटेड के द्वारा गल की गई है कि किहड़ी शिप का नाम की है। शिप का नाम है दैट इज़ कोचिन शिपयार्ड लिमिटेड। और जिहदे विच की कीता पहली बारी 23rd बैटरी पावर इलैक्ट्रिक बोट्स जिहड़ियां इस विच हैंडल कीतियां गईयां ने। और सैकेंड नंबर न्यूज़ हैगी है डिफेंस मिनिस्टर राजनाथ सिंह इनैगोरेटेड दी कल्पना चावला सेंटर। राजनाथ सिंह जी ने की किया कल्पना चावला सेंटर लॉन्च किया है फॉर रिसर्च के लिए। और ये कित्थे किया गया है सेंटर चंडीगढ़ यूनिवर्सिटी के विच। और थर्ड नंबर न्यूज़ है मल्टीनेशनल नेवल एक्सरसाइज का नाम की है दैट इज़ मिलान एक्सरसाइज है कित्थे कंडक्ट करवाएगी दैट इज़ विशाखापट्टनम दे विच। फोर्थ नंबर न्यूज़ है वट इज़ द कैरिंग कैपेसिटी ऑफ इंडियाज़ फर्स्ट इंडिजीनियस एयरक्राफ्ट कैरियर विक्रांत जिहड़ी साडा इंडिजीनियस एयरक्राफ्ट कैरियर है ये कितना कैरी कर सकता है दैट इज़ 40,000 टन ये वेट कैरी कर सकता है। फिफ्थ नंबर न्यूज़ हैगी है मल्टीनेशनल एक्सरसाइज मतलब एक तो वध देश दे विच पार्टिसिपेट करते हैं जिहदा नाम है सी ड्रैगन दैट फोकसिस ऑन एंटी सबमरीन वारफेयर ट्रेनिंग इन इंडो पैसिफिक रीजन वाज लेड बाय। और ये किहदे द्वारा ये लॉन्च की गई दैट इज़ USA द्वारा। और यदा नाम की एक्सरसाइज है दैट इज़ सी ड्रैगन यदा नाम है। और 6 नंबर न्यूज़ है कि इन जनवरी 2022 एन एक्सटेंडेड रेंज C2C वेरिएंट ऑफ विच मिसाइल वाज सक्सेसफुली टेस्टिफाइड बाय इंडिया फ्रॉम इंडियन नेवी न्यूली कमिशन INS विशाखापट्टनम। और रिसेंटली C2C वेरिएंट है कि मिसाइल का नाम दसो जी कि INS विशाखापट्टनम के द्वारा टेस्ट की गई है उस मिसाइल का नाम है ब्रह्मोस। और 7th नंबर न्यूज़ है DRDO हैज सक्सेसफुली flight tested the final deliverable configuration of MPA-TGM। और यदि MPA-TGM की फुल फॉर्म दसनी है इहदा ये टेस्टिफाई किया गया होनी इहदा फुल फॉर्म है मैन पोर्टेबल एंटी टैक गाइडेड मिसाइल। 8 नंबर हैगी न्यूज़ इन कोलैबोरेशन विद विच ऑफ द फॉलोइंग बॉडीज हैज़ नीति आयोग अटल इनोवेशन मिशन रिसेंटली लॉन्च ATL स्पेस चैलेंज 2021। नीति आयोग ने किहदे नाल रल के स्पेस चैलेंज 2021 लॉन्च किया है दैट इज़ ISRO एंड CBSE दे नाल रल के। और होप सो तुहानू अज दा मेरा सैशन पसंद आया होएगा। चैनल सब्सक्राइब जरूर करियो
ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਓ ਅਗਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤੇ ਜ਼ਰੂਰ ਮੈਂਸ਼ਨ ਕਰਨਾ। ਥੈਂਕ ਯੂ ਐਂਡ ਸੀਰੀਜ਼ ਨਾਲ ਜੁੜੇ ਰਹੀਏ। ਕਰੰਟ ਅਫੇਅਰ ਅਸੀਂ ਜ਼ਰੂਰ 10 ਦਿਨਾਂ ਦੇ ਵਿੱਚ ਖਤਮ ਕਰ ਲਵਾਂਗੇ। ਔਰ PDF ਦੇ ਲਈ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡਡ ਹੈ। ਥੈਂਕ ਯੂ ਸੋ ਮਚ।